ਕਿਸੇ ਵੀ ਖਿੱਤੇ ਦੀ ਹਜ਼ਾਰਾਂ ਸਾਲਾਂ ਦੀ ਤਾਰੀਖ ਦੇ ਅੰਦਰ ਜਿੱਥੇ ਅਵਾਮੀ ਤਾਰੀਖ ਹੁੰਦੀ ਹੈ, ਉੱਥੇ ਜਬਰੀ ਤਾਰੀਖ ਵੀ ਲਿਖੀ ਜਾਂਦੀ ਹੈ। ਇਹ ਜਬਰੀ ਤਾਰੀਖ ਕੌਣ ਲਿਖਦੀ ਹੈ? ਇਹ ਤੁਹਾਨੂੰ ਵੀ ਪਤਾ ਹੈ, ਇਹ ਮੈਨੂੰ ਵੀ ਪਤਾ ਹੈ। ਇਹ ਤਾਰੀਖ ਲਿਖਣ ਵਾਲੇ ਐਸਟੈਬਲਿਸ਼ਮੈਂਟ ਹੁੰਦੀ ਹੈ, ਇਹ ਬਾਦਸ਼ਾਹੀਆਂ ਤਾਰੀਖ ਲਿਖਦੀਆਂ ਹਨ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਜਿਹੜੇ ਨਵੇਂ-ਨਵੇਂ ਇਜ਼ਮ ਬਣਾਏ ਜਾਂਦੇ ਹਨ, ਇਹ ਤਾਰੀਖ ਉਸ ਦਾ ਹਿੱਸਾ ਬਣਦੀ ਹੈ। ਉਸ ਖਿੱਤੇ ਦੇ ਲੋਕਾਂ ਨੂੰ ਬੇਸ਼ੱਕ ਸਦੀਆਂ ਲੰਘ ਜਾਣ, ਲੇਕਿਨ ਕਦੀ ਹੋਸ਼ ਆਉਂਦਾ ਹੈ ਤੇ ਉਹ ਇਹ ਵੇਖਦੀ ਹੈ ਕਿ ਮੇਰਾ ਕੀ ਤੇ ਬੈਰ ਦਾ ਕੀ। ਐਸਾ ਹੀ ਇੱਕ ਕੇਸ ਜਾਂ ਐਸਾ ਹੀ ਇੱਕ ਇਸ਼ੂ ਉਹ ਸਾਡੇ ਸਾਹਮਣੇ ਹੈ। ਸ਼ੇਰਸ਼ਾਹ ਸੂਰੀ ਦਾ ਮੁਜੱਸਮਾ ਗਿਰਾ ਕੇ ਤੇ ਸੁਲਤਾਨ ਸਾਰੰਗ ਖਾਂ ਗੱਖੜ ਦਾ ਮੁਜੱਸਮਾ ਲਾਉਣ ਦੀ ਗੱਲ ਹੈ। ਪਿਛਲੇ ਇੱਕ ਹਫ਼ਤੇ ਤੋਂ ਸੋਸ਼ਲ ਮੀਡੀਆ ਤੇ ਇਹ ਇਸ਼ੂ ਬਹੁਤ ਜ਼ਿਆਦਾ ਡਿਸਕਸ ਹੋ ਰਿਹਾ ਹੈ। ਵੇਖਣਾ ਇਹ ਚਾਹੀਦਾ ਹੈ ਕਿ ਸ਼ੇਰਸ਼ਾਹ ਸੂਰੀ ਕੌਣ ਹੈ? ਇੱਥੋਂ ਦਾ ਧਰਤੀ ਵਾਸੀ ਤਾਂ ਨਹੀਂ ਹੈ। ਫਿਰ ਸ਼ੇਰਸ਼ਾਹ ਸੂਰੀ ਨੇ ਕੀਤਾ ਇੱਥੇ ਕੀ ਸੀ? ਹਕੂਮਤ ਕੀਤੀ, ਇੱਥੋਂ ਦੇ ਲੋਕਾਂ ਦੇ ਹੱਕਾਂ ਵਾਸਤੇ ਤੇ ਕੋਈ ਕੰਮ ਨਹੀਂ ਕੀਤਾ। ਹੁੰਦਾ ਇਹ ਹੈ ਕਿ ਦੋ ਤਰ੍ਹਾਂ ਦੇ ਇੱਥੇ ਲੋਕ ਬੈਠ ਦੇ ਕਬੀਲੇ ਇੱਥੇ ਜਾਂ ਬੈਠ ਦੇ ਲੋਕ ਜਿਹੜੇ ਹਨ ਉਹ ਆਉਂਦੇ ਹਨ। ਇੱਕ ਉਹ ਜਿਹੜੇ ਇਸ ਧਰਤੀ ਦਾ ਹਿੱਸਾ ਬਣਦੇ ਹਨ ਔਰ ਇੱਥੋਂ ਦੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਦੇ ਹਨ, ਇਸ ਖਿੱਤੇ ਦੀ ਤਰੱਕੀ ਵਾਸਤੇ ਅੱਗੇ ਬਿਹਤਰ ਕੰਮ ਕਰਦੇ ਹਨ। ਉਹ ਲੋਕ ਅਖਵਾਉਂਦੇ ਹਨ, ਵਾਰਿਸ ਸ਼ਾਹ, ਬੁੱਲੇ ਸ਼ਾਹ, ਬਾਬਾ ਫਰੀਦ ਅਖਵਾਉਂਦੇ ਹਨ। ਦੂਸਰੇ ਐਂਡ ਤੇ ਹੁੰਦੇ ਨੇ ਸ਼ੇਰਸ਼ਾਹ ਸੂਰੀ, ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਦੁਰਾਨੀ, ਇਸ ਤਰੀਕੇ ਦੇ ਹੋਰ ਕਈ ਨਾਂ ਉਹ ਅਸੀਂ ਗਿਣ ਸਕਦੇ ਹਾਂ। ਹੁਣ ਜਿਹੜੇ ਬਾਅਦ ਦੇ ਵਿੱਚ ਗਿਣੇ ਗਏ ਨਾਂ ਹਨ, ਅਹਿਮਦ ਸ਼ਾਹ ਅਬਦਾਲੀ, ਸ਼ੇਰਸ਼ਾਹ ਸੂਰੀ, ਨਾਦਰ ਸ਼ਾਹ ਦੁਰਾਨੀ, ਇਹ ਸਿਰਫ ਹਕੂਮਤ ਕਰਨ ਇੱਥੇ ਆਉਂਦੇ ਨੇ। ਹਕੂਮਤ ਵੀ ਕਰਨ, ਲੇਕਿਨ ਉਸ ਤੋਂ ਅੱਗੇ ਇਹ ਲੋਕਾਂ ਦੀਆਂ ਹੱਡੀਆਂ ਤੱਕ ਨਿਚੋੜ ਲੈਂਦੇ ਨੇ। ਉਸ ਖਿੱਤੇ ਦੇ ਅੰਦਰ ਜੋ ਕੁਝ ਹੁੰਦਾ ਹੈ, ਇਹਨਾਂ ਦੀ ਖਵਾਇਸ਼ ਹੁੰਦੀ ਹੈ ਕਿ ਉਸ ਨੂੰ ਮਾਲੇ ਗਨੀਮਤ ਸਮਝ ਕੇ ਉਹ ਆਪਣੇ ਨਾਲ ਲੈ ਜਾਣ। ਦਰ ਖੁੱਲਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਬੁੱਲੇ ਸ਼ਾਹ ਨੇ ਇਹ ਕਿਸ ਲਈ ਕਿਹਾ ਸੀ, ਇਹ ਸਮਝਣ ਦੀ ਲੋੜ ਹੈ। ਔਰ ਫਿਰ ਇੱਕ ਹੋਰ ਜਿਹੜਾ ਇੱਥੇ ਪੰਜਾਬੀ ਫੋਕ ਦੇ ਅੰਦਰ ਬੜੀ ਮਸ਼ਹੂਰ ਇੱਕ ਗੱਲ ਜਿਹੜੀ ਚੱਲੀ ਜਾਂਦੀ ਹੈ ਕਿ ਖਾਧਾ ਪੀਤਾ ਲਾਏ ਦਾ, ਬਾਕੀ ਅਹਿਮਦ ਸ਼ਾਹ ਦਾ। ਇਹ ਚੀਜ਼ ਦੱਸਦੀ ਹੈ ਕਿ ਹਮਲਾਵਰ ਸਾਰਾ ਕੁਝ ਲੁੱਟ ਕੇ ਲੈ ਜਾਂਦਾ ਹੈ ਔਰ ਇਸ ਦੇਸ਼ ਦਾ ਬੁਰਾ ਹਾਲ ਕਰ ਦਿੰਦਾ ਹੈ। ਅੱਜ ਅਗਰ ਉਹੀ ਇਸ ਦੇਸ਼ ਦਾ ਬੁਰਾ ਹਾਲ ਕਰਨ ਵਾਲੇ ਅੱਜ ਤੋਂ ਜਿਹੜੀ ਕੋਈ 70-80 ਸਾਲ ਪਹਿਲੇ ਦੀਆਂ ਲੋੜਾਂ ਸਨ ਉਸ ਵੇਲੇ ਦੀ ਸਟੈਬਲਿਸ਼ਮੈਂਟ ਦੀਆਂ, ਜਿਹੜੀ ਉਹ ਹੀਰੋਇਜ਼ਮ ਕ੍ਰੀਏਟ ਕਰ ਰਹੀਆਂ ਸਨ, ਹੀਰੋ ਬਣਾ ਰਹੀਆਂ ਸਨ, ਉਹਨਾਂ ਨੂੰ ਹੀਰੋ ਬਣਾਉਂਦੇ ਤੇ ਕਿਆ ਪੰਜਾਬ ਔਰ ਪੰਜਾਬੀਆਂ ਦੀ ਹਯਾਤੀ ਦੇ ਅੰਦਰ ਇਹ ਤਾਰੀਖ ਇੰਝ ਹੀ ਰਹਿਣੀ ਚਾਹੀਦੀ ਹੈ ਜਾਂ ਇਸ ਤਾਰੀਖ ਦਾ ਧਾਰਾ ਮੋੜਨਾ ਚਾਹੀਦਾ ਹੈ? ਸੱਚੀ ਤਾਰੀਖ, ਅਵਾਮੀ ਤਾਰੀਖ ਵੱਲ ਵਧਣਾ ਚਾਹੀਦਾ ਹੈ। ਇਹੀ ਪੰਜਾਬ ਦੇ ਅੰਦਰ ਹੋ ਰਿਹਾ ਹੈ ਔਰ ਅੱਜ ਬਹੁਤ ਸਾਰੇ ਲੋਕ ਸ਼ੇਰਸ਼ਾਹ ਸੂਰੀ ਦੇ ਜਿਹੜਾ ਉੱਥੇ ਸਟੈਚੂ ਸੀ ਉਸ ਨੂੰ ਗਿਰਾ ਕੇ ਤੇ ਸੁਲਤਾਨ ਸਾਰੰਗ ਖਾਂ ਗੱਖੜ ਦਾ ਮੁਜੱਸਮਾ ਲਾਉਣ ਦੇ ਉਸ ਦੇ ਖਿਲਾਫ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ, ਜਿਹੜੀਆਂ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਸਮਝਣ ਦੇ ਵਿੱਚ, ਸੋਚਣ ਦੇ ਅੰਦਰ ਉਹ ਪੂਰੀਆਂ ਨਹੀਂ ਉਤਰ ਰਹੀਆਂ। ਸੋ ਪੰਜਾਬ ਦੀ ਤਾਰੀਖ ਬਦਲ ਰਹੀ ਹੈ। ਪੰਜਾਬ ਦੇ ਮਕਾਮੀ ਜਿਹੜੇ ਇੱਥੋਂ ਦੇ ਲੋਕ ਹਨ, ਇੱਥੋਂ ਦੇ ਹੀਰੋਜ਼ ਹਨ, ਉਹਨਾਂ ਦੀ ਕਦਰ ਹੁਣ ਕੀਤੀ ਜਾਣੀ ਚਾਹੀਦੀ ਹੈ। ਜਿਵੇਂ ਸੁਲਤਾਨ ਸਾਰੰਗ ਖਾਂ ਗੱਖੜ ਹੈ, ਇਸੇ ਤਰੀਕੇ ਦੁੱਲਾ ਭੱਟੀ ਹੈ, ਇਸ ਤਰੀਕੇ ਦੇ ਨਾਲ ਰਾਏ ਅਹਿਮਦ ਖਾਂ ਖਰਲ ਹਨ, ਜਸਰਤ ਖੋਖਰ ਹਨ, ਇਸ ਤਰੀਕੇ ਦੇ ਜਿਹੜੇ ਕਿਰਦਾਰ ਹਨ ਉਹਨਾਂ ਨੂੰ ਹੁਣ ਡਿਸਕਸ ਹੋਣਾ ਚਾਹੀਦਾ ਹੈ। ਇੱਕ ਹੋਰ ਗੱਲ ਜਿਹੜੀ ਇੱਥੇ ਇੱਕ ਤਾਰੀਖੀ ਮੁਗਾਲਤਾ ਹੈ, ਹਰ ਚੀਜ਼ ਇੱਥੇ ਮਜ਼ਹਬ ਦੀ ਪਲੇਟ ਦੇ ਅੰਦਰ ਲਪੇਟ ਕੇ ਦਿੱਤੀ ਜਾਂਦੀ ਹੈ। ਇੱਕ ਜ਼ਾਲਮ ਸ਼ਖਸ ਜਿਹੜਾ ਮੁਸਲਮਾਨ ਹੈ ਉਹ ਜ਼ਾਲਮ ਹੀ ਕਹਿਲਾਏਗਾ। ਅਹਿਮਦ ਸ਼ਾਹ ਅਬਦਾਲੀ ਦੇ ਜ਼ੁਲਮਾਂ ਤੋਂ ਕੌਣ ਅਗਾਹ ਨਹੀਂ। ਸੋ ਅਹਿਮਦ ਸ਼ਾਹ ਅਬਦਾਲੀ ਅਗਰ ਕਿਸੇ ਮੁਸਲਮਾਨ ਦੇ ਘਰ ਪੈਦਾ ਹੋ ਗਿਆ ਹੈ ਤੇ ਉਹਦੇ ਸਾਰੇ ਗੁਨਾਹ ਇਸ ਲਈ ਮਾਫ ਨਹੀਂ ਹੋ ਸਕਦੇ ਕਿ ਉਹ ਇੱਕ ਮੁਸਲਮਾਨ ਹੈ। ਕੋਈ ਸ਼ਖਸ ਇੱਕ ਹਿੰਦੂ ਦੇ ਘਰ ਪੈਦਾ ਹੋ ਗਿਆ ਹੈ, ਸਾਰੇ ਹਿੰਦੂ ਉਸ ਨੂੰ ਇਸ ਲਈ ਜਸਟੀਫਾਈ ਨਹੀਂ ਕਰਨਗੇ ਕਿ ਇਹ ਹਿੰਦੂ ਹੈ। ਕੋਈ ਇੱਕ ਜ਼ਾਲਮ ਸ਼ਖਸ ਕ੍ਰਿਸਚੀਅਨਸ ਦੇ ਅੰਦਰ ਪੈਦਾ ਹੋ ਗਿਆ ਹੈ, ਕੋਈ ਸਿੱਖ ਕਮਿਊਨਿਟੀ ਦੇ ਅੰਦਰ ਪੈਦਾ ਹੋ ਗਿਆ ਹੈ, ਕੋਈ ਕਿਸੇ ਹੋਰ ਕਮਿਊਨਿਟੀ ਦੇ ਅੰਦਰ ਪੈਦਾ ਹੋ ਗਿਆ ਹੈ, ਤੇ ਜ਼ਾਲਮ ਜ਼ਾਲਮ ਰਹੇਗਾ। ਲੋਕਾਂ ਦੇ ਨਾਲ ਖੜਾ ਹੋਇਆ ਸ਼ਖਸ ਉਹ ਲੁਕਾਈ ਦਾ ਹਮਦਰਦ ਰਹੇਗਾ ਔਰ ਉਹੀ ਸੱਚਾ ਉਸ ਧਰਤੀ ਦਾ ਹੀਰੋ ਹੋਏਗਾ। ਸੋ ਹੁਣ ਪੰਜਾਬ ਆਪਣੇ ਹੀਰੋਜ਼ ਪਛਾਣਨ ਲੱਗ ਗਿਆ ਹੈ। ਹੁਣ ਜਿਹੜਾ ਇੱਕ ਝੂਠਾ ਨੈਰੇਟਿਵ ਸੀ, ਇੱਕ ਸਰਕਾਰੀ ਨੈਰੇਟਿਵ ਜਿਹੜਾ ਇੱਥੇ ਚੱਲਦਾ ਰਿਹਾ, ਹੁਣ ਸਰਕਾਰ ਨੂੰ ਵੀ ਇਸ ਗੱਲ ਦੀ ਸੂਝ ਸਮਝ ਆ ਰਹੀ ਹੈ ਕਿ ਇਹ ਲੋਕਾਂ ਦੇ ਨਾਲ ਜ਼ੁਲਮ ਹੈ ਔਰ ਇਸ ਨੂੰ ਹੁਣ ਰੋਕਣਾ ਚਾਹੀਦਾ ਹੈ। ਸੁਲਤਾਨ ਸਾਰੰਗ ਖਾਂ ਦਾ ਗੱਖੜ ਦਾ ਮੁਜੱਸਮਾ ਦੀਨਾ ਦੇ ਵਿੱਚ ਲੱਗਣਾ ਇਸੇ ਹੀ ਸਿਲਸਿਲੇ ਦੀ ਇੱਕ ਕੜੀ ਹੈ ਔਰ ਅਸੀਂ ਚਾਹਾਂਗੇ ਕਿ ਇਹ ਸਿਲਸਿਲਾ ਹੋਰ ਵਧੇ। ਇੱਥੇ ਬਾਕੀ ਜਿਹੜੇ ਮਕਾਮੀ ਹੀਰੋਜ਼ ਹਨ ਉਹਨਾਂ ਦੇ ਇੱਥੇ ਮੁਜੱਸਮੇ ਲੱਗਣੇ ਚਾਹੀਦੇ ਹਨ, ਜਸਰਤ ਖੋਖਰ ਦੇ ਲੱਗਣੇ ਚਾਹੀਦੇ ਹਨ, ਦੁੱਲਾ ਭੱਟੀ ਦੇ ਲੱਗਣੇ ਚਾਹੀਦਾ ਹੈ, ਇਸੇ ਤਰੀਕੇ ਦੇ ਨਾਲ ਰਾਏ ਅਹਿਮਦ ਖਾਂ ਖਰਲ ਦੇ ਲੱਗਣੇ ਚਾਹੀਦੇ ਹਨ,
ਇਸੇ ਤਰੀਕੇ ਦੇ ਨਾਲ ਭਗਤ ਸਿੰਘ ਦੇ ਰੱਖਣਾ ਚਾਹੀਦਾ ਹੈ, ਇੱਥੇ ਇਸ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਲੱਗਣੇ ਚਾਹੀਦੇ ਹਨ, ਇਸੇ ਤਰੀਕੇ ਹਰੀ ਸਿੰਘ ਨਲਵਾ ਦੇ ਮੁਜੱਸਮੇ ਲੱਗਣੇ ਚਾਹੀਦੇ ਹਨ, ਔਰ ਹੋਰ ਇਸੇ ਤਰੀਕੇ ਦਿਆਲ ਸਿੰਘ ਦੇ ਲੱਗਣੇ ਚਾਹੀਦੇ ਹਨ, ਸਰ ਗੰਗਾ ਰਾਮ ਦੇ ਲੱਗਣੇ ਚਾਹੀਦੇ ਹਨ, ਸਰ ਛੋਟੂ ਰਾਮ ਦੇ ਮੁਜੱਸਮੇ ਇੱਥੇ ਲੱਗਣਾ ਚਾਹੀਦਾ ਹੈ। ਜਿਤਨੇ ਲੋਕ ਇੱਥੇ ਹਨ ਜਿਨ੍ਹਾਂ ਨੇ ਇਸ ਧਰਤੀ ਵਾਸਤੇ ਕੰਮ ਕੀਤਾ, ਇੱਥੋਂ ਦੀ ਲੁਕਾਈ ਵਾਸਤੇ ਕੰਮ ਕੀਤਾ, ਉਹੀ ਇੱਥੋਂ ਦਾ ਸੱਚਾ ਹੀਰੋ ਹੈ। ਅਗਰ ਕੋਈ ਬਾਹਰੋਂ ਆ ਕੇ ਇੱਥੇ ਹਮਲਾਵਰ ਹੈ ਔਰ ਉਹ ਹਮਲਾ ਕਰਕੇ ਇੱਥੋਂ ਦੇ ਲੋਕਾਂ ਦਾ ਲੁੱਟਦਾ ਹੈ, ਉਹ ਲੁਟੇਰਾ ਇੱਥੋਂ ਦਾ ਹੀਰੋ ਕਦੀ ਨਹੀਂ ਹੋ ਸਕਦਾ।